मजीठिया मामले ਦੇ ਵਿੱਚ 3 ਮੈਂਬਰੀ ਐਸਆਈਟੀ ਦਾ ਗਠਨ ਏਆਈਜੀ ਬਲਰਾਜ ਸਣੇ 2 ਡੀਐਸਪੀ ਟੀਮ ਦੇ ਵਿੱਚ ਸ਼ਾਮਲ ਕਾਲ ਡਿਟੇਲ ਦੇ ਨਾਲ ਬਾਰੀ ਕਨੈਕਸ਼ਨਾਂ ਦੀ ਵੀ ਕਰੇਗੀ ਜਾਂਚ। न्यूज़ 18 ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਦਾਅਵਾ ਕਿਹਾ ਜ਼ਰੂਰ ਗ੍ਰਿਫਤਾਰ ਹੋਵੇਗਾ ਮਜੀਠੀਆ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤੀ ਜਾ ਰਹੀ ਹੈ ਕਾਰਵਾਈ। ਮਜੀਠੀਆ ਦੇ ਖਿਲਾਫ ਕਾਰਵਾਈ ਨੂੰ ਅਕਾਲੀ ਦਲ ਨੇ ਦੱਸਿਆ ਸਿਆਸੀ ਬਦਲਾਖੋਰੀ। ਸੀਨੀਅਰ ਬਾਦਲ ਬੋਲੇ ਜੇ ਸਰਕਾਰ ਜ਼ਿਆਦਾ ਤੰਗ ਤਾਂ ਮੈਨੂੰ ਕਰ ਦੇਵੇ ਅੰਦਰ। ਸੁਖਬੀਰ ਨੇ ਕਾਨੂੰਨੀ ਲੜਾਈ ਲੜ ਕੇ ਸੱਚ ਸਾਹਮਣੇ ਲਿਆਉਣ ਦੀ ਕਹੀ ਗੱਲ। ਮਜੀਠੀਆ ਖਿਲਾਫ ਕੇਸ ਦਰਜ ਹੋਣ ਤੇ ਬੋਲੇ ਸਿੱਧੂ ਇਮਾਨਦਾਰ ਅਫਸਰਾਂ ਨੂੰ ਕਮਾਨ ਦੇਣ ਦਾ ਨਤੀਜਾ ਆਇਆ ਸਾਹਮਣੇ। ਅਜੇ ਤਾਂ ਇਹ ਪਹਿਲਾ ਕਦਮ ਡਰੱਗ ਮਾਫੀਆ ਦੇ ਪਿਛਲੇ ਮੁੱਖ ਦੋਸ਼ੀ ਨੂੰ ਸਜ਼ਾ ਦਿਵਾਉਣ ਤੱਕ ਪੂਰਾ ਨਹੀਂ ਹੋਵੇਗਾ ਇਨਸਾਫ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਨੂੰ ਲਿਖੀ ਚਿੱਠੀ। ਕੋਟਪੁਰਾ ਤੇ ਬਹਿਬਲ ਕਲਾਂ ਗੋਲੀकांड ਦੇ ਪੀੜਤਾਂ ਦੇ ਲਈ ਨੌਕਰੀ ਦੀ ਕੀਤੀ ਮੰਗ। ਪੁੱਛਿਆ ਕਿ ਸਿਰਫ ਮੰਤਰੀਆਂ ਅਤੇ ਵਿਧਾਇਕਾਂ ਦੇ ਹੀ ਬੇਟਿਆਂ ਨੂੰ ਦਿੱਤੀ ਜਾਵੇਗੀ ਨੌਕਰੀ। ਲਿੰਚਿੰਗ ਤੇ ਟਵੀਟ ਕਰਕੇ ਘੇਰੇ ਰਾਹੁਲ ਗਾਂਧੀ। ਟਵੀਟ ਕਰਕੇ ਕਿਹਾ 2014 ਤੋਂ ਪਹਿਲਾਂ ਨਹੀਂ ਸੁਣਿਆ ਸੀ ਲਿੰਚਿੰਗ ਸ਼ਬਦ ਤਾਂ ਬੀਜੇਪੀ ਅਕਾਲੀ ਦਲ ਨੇ ਯਾਦ ਕਰਵਾਇਆ 1984 ਦਾ ਕਤਲੇਆਮ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਪੰਜਾਬ ਦੇ ਵਿੱਚ ਚੋਣਾਂ ਦਾ ਬਿਗਲ ਤਾਂ ਇੱਕ ਤਰੀਕੇ ਨਾਲ ਵੱਜਿਆ ਹੋਇਆ ਹੈ ਤੇ ਸਭ ਦੇ ਵਿਚਾਲੇ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਜ਼ਰੂਰ ਸਿਆਸੀ ਪਾਰਟੀਆਂ ਲੱਗੀਆਂ ਹੋਈਆਂ ਨੇ। ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਗੱਲ ਅਸੀਂ ਕਰਾਂਗੇ ਉਸ ਆਗੂ ਦੀ ਜੋ ਕੁਝ ਮਹੀਨੇ ਪਹਿਲਾਂ ਤੱਕ ਕਾਂਗਰਸ ਦਾ ਵੱਡਾ ਚਿਹਰਾ ਸੀ, ਜੋ ਮੰਤਰੀ ਸੀ, ਪਰ ਮੰਤਰੀ ਦਾ ਅਹੁਦਾ ਗਿਆ। ਕਾਂਗਰਸ ਦੇ ਆਗੂਆਂ ਨਾਲ ਨਾਰਾਜ਼ਗੀ ਦੀਆਂ ਖਬਰਾਂ ਸਾਹਮਣੇ ਆਈਆਂ ਤੇ ਫਿਰ ਕਾਂਗਰਸ ਤੋਂ ਕਮਲ ਚੰਗਾ ਹੋ ਗਿਆ। ਜੇ ਅਸੀਂ ਗੱਲ ਕਰ ਰਹੇ ਰਾਣਾ ਸੋਢੀ ਦੀ 2022 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਲਈ ਇੱਕ ਵੱਡਾ ਝਟਕਾ ਹੈ, ਜਿੱਥੇ ਸਾਬਕਾ ਮੰਤਰੀ ਰਾਣਾ ਸੋਢੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ, ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਕਾਫੀ ਸਮੇਂ ਤੋਂ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਨ ਰਾਣਾ ਸੋਢੀ। ਪੰਜਾਬ ਨੂੰ ਬਚਾਉਣ ਦੇ ਲਈ ਨਰਿੰਦਰ ਮੋਦੀ ਦੀ ਲੋੜ ਹੈ। ਬੀਜੇਪੀ 'ਚ ਸ਼ਾਮਲ ਹੋਣ ਤੋਂ ਬਾਅਦ ਰਾਣਾ ਸੋਢੀ ਦੀ ਸਟੇਟਮੈਂਟ ਸੀ, ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਦੇ ਲਈ ਮਰ ਮਿਟ ਜਾਵਾਂਗਾ। ਤੇ ਗਜਿੰਦਰ ਸ਼ੇਖਾਵਤ ਨੇ ਰਾਣਾ ਸੋਢੀ ਦਾ ਬੀਜੇਪੀ ਦੇ ਵਿੱਚ ਸਵਾਗਤ ਕੀਤਾ ਹੈ। ਬਕਾਇਦਾ ਇੱਕ ਪ੍ਰੈਸ ਕਾਨਫਰੰਸ ਹੋਈ, ਉਸ ਦੇ ਵਿੱਚ ਵੈਲਕਮ ਕੀਤਾ ਗਿਆ। ਰਾਣਾ ਸੋਢੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਹੈ, ਉਸ ਦੀ ਵੀ ਤਸਵੀਰਾਂ ਸਾਹਮਣੇ ਆਈਆਂ ਨੇ। जिन्होंने आज भारतीय जनता पार्टी की सदस्यता माननीय नरेंद्र मोदी जी के नेतृत्व को स्वीकार किया है, राणा गुरमीत सिंह जी सोढी। माननीय भूपेंद्र जी ने अभी राणा गुरमीत सिंह जी सोढी के बैकग्राउंड के बारे में विस्तार से बात की है। इतने लंबे राजनीतिक कैरियर के साथ साथ में लगातार जनता के साथ में जुड़ करके काम करने के अतिरिक्त भी कांग्रेस पार्टी की जो विद इन पार्टी कोई अधिकार नहीं है कि किसी के धर्म के प्रति गलत सोच या गलत कृत्य करे। स्टेट वाइस प्रेसिडेंट आज भी हैं। ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੀ ਕੁਝ ਕਹਿ ਰਹੇ ਨੇ ਉਹ ਤੁਹਾਨੂੰ ਸੁਣਵਾਉਂਦੇ ਹਾਂ। बीजेपी के में सक्के घेरे में तो ये संविधान भी है। मोहन भागवत जी कह रहे हैं कि संविधान बदलना चाहिए। बीजेपी के सक्के घेरे के अंदर ये लोकतंत्र भी है। उनका लोकतांत्रिक मॉडल क्या है? क्या लोकतांत्रिक मॉडल सभी को साथ में लेकर चलने का है या एक केंद्रीकरण है? वहाँ किसी को बात करने का अधिकार है, किसी को सोच रखने का अधिकार है, किसी को अपनी बात व्यक्त करने का अधिकार है। वो कह रहे हैं आपकी बनाई एसआईटी पे हमें भरोसा नहीं है, सिटिंग जज से जांच करवाएं। नहीं, एसआईटी पर उनको भरोसा या नहीं है, ये तो एक प्रशासनिक प्रक्रिया है। इस प्रशासनिक प्रक्रिया के ऊपर किसको भरोसा है और किसको नहीं है। आज हम लोगों की व्यवस्था जो संविधान के अंतर्गत है, किसी को किसी बात पर अगर भरोसा नहीं है तो दूसरा माध्यम भी है। ये दूसरे माध्यम में से एक आप भी माध्यम हो, मीडिया भी माध्यम है, कोर्ट में जा सकते हैं वो भी माध्यम है।
हर तरह के माध्यम तो है इस देश के अंदर। वो अलग बात है कि उन माध्यमों को आज केंद्र सरकार उनको कुचलने में लगी हुई है, उनको खत्म करने में लगी हुई है। आज कांग्रेस की लड़ाई इसी के लिए, आज देश की लड़ाई इसी के लिए। थैंक यू सर, थैंक यू सो मच सर। अब ਤਾਂ ਹਰੀਸ਼ ਚੌਧਰੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਤੋਂ ਬਾਅਦ ਬਾਹਰ ਆਏ ਨੇ ਤੇ ਬੀਜੇਪੀ ਦੇ ਉੱਤੇ ਨਿਸ਼ਾਨਾ ਹੈ। ਪਰ ਤੁਹਾਨੂੰ ਸੁਣਵਾਉਂਦੇ ਹਾਂ ਕਿ ਰਾਣਾ ਸੋਢੀ ਨੇ ਕੀ ਕੁਝ ਕਿਹਾ ਜਦੋਂ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। आज जो मैंने निर्णय लिया है वो मैं ये सोचता हूं कि पंजाब के हित में और पंजाब में जो इस वक्त जो कि एक बॉर्डर स्टेट है और जिसमें पीस और कम्युनल हार्मोनी में एक इतना बड़ा खतरा पैदा हो रहा है और उस खतरे को जो मौजूदा पंजाब की सरकार है वो उसके बस का रोग नहीं है। ਤਾਂ ਰਾਣਾ ਸੋਢੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਕੈਪਟਨ ਦੇ ਬਹੁਤ ਕਰੀਬੀ ਰਹੇ, ਮੰਤਰੀ ਰਹੇ ਕਾਂਗਰਸ ਦੀ ਸਰਕਾਰ ਦੇ ਸਮੇਂ। ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਹੁਣ ਨਾਰਾਜ਼ਗੀ ਦਾ ਜ਼ਿਕਰ ਹੋਇਆ ਸੀ ਤੇ ਇਹ ਵੀ ਕਹਿੰਦੇ ਨਜ਼ਰ ਆਏ ਕਿ ਸੈਕੂਲਰਿਜ਼ਮ ਸ਼ਬਦ ਜਿਹੜਾ ਏ ਉਹ ਹੁਣ ਕਾਂਗਰਸ ਦੇ ਅੰਦਰ ਨਜ਼ਰ ਨਹੀਂ ਆਉਂਦਾ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਕੁਝ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਆ ਮਹਿਮਾਨਾਂ ਦੇ ਨਾਲ। ਸਾਡੇ ਨਾਲ ਜੈਬੰਸ ਸਿੰਘ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ ਤੇ ਸਾਡੇ ਨਾਲ ਰੂਬੀ ਗਿੱਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ ਬਹੁਤ ਸਵਾਗਤ ਹੈ ਮਹਿਮਾਨਾਂ ਦਾ। ਰੂਬੀ ਗਿੱਲ ਜੀ, ਸ਼ੁਰੂਆਤ ਤੁਹਾਡੇ ਤੋਂ। ਤੁਹਾਡੇ ਨਾਰਾਜ਼ ਆਗੂ ਜਾ ਰਹੇ ਨੇ ਦੂਜੇ ਵਾਲੇ ਪਾਸੇ, ਕਾਂਗਰਸ ਤੋਂ ਉਹਨਾਂ ਨੂੰ ਕਮਲ ਚੰਗਾ ਲੱਗ ਰਿਹਾ। ਜਿਨ੍ਹਾਂ ਨੂੰ 1985 ਦੇ ਵਿੱਚ ਐਮਐਲਏ ਦੀ ਪਹਿਲੀ ਵਾਰ ਟਿਕਟ ਦਿੱਤੀ, 4 ਵਾਰ ਐਮਐਲਏ ਰਹੇ। ਮੈਂ ਕਹਿੰਦਾ ਇਹਨਾਂ ਲੋਕਾਂ ਦਾ ਤਾਂ ਅੱਜ-ਕੱਲ ਸਾਈਕਲ ਨਾਲੋਂ ਵੀ ਮਾੜਾ ਸਟੈਂਡ ਇਹਨਾਂ ਪੋਲੀਟੀਸ਼ੀਅਨਾਂ ਦਾ ਹੋ ਗਿਆ, ਜਿਹੜੇ ਪੂਰਾ 2 ਸਾਲ ਤੋਂ ਲਗਾਤਾਰ ਬੀਜੇਪੀ ਤੋਂ ਕਹਿ ਰਹੇ ਸੀ ਵੀ ਕਿਸਾਨਾਂ ਦੇ ਨਾਲ ਕਿਸ ਤਰੀਕੇ ਨਾਲ ਵੱਡਾ ਕਾਂਡ ਦਿੱਤਾ, ਜਿਨ੍ਹਾਂ ਦਾ ਬੇਟਾ ਸੂਚਨਾ ਕਮਿਸ਼ਨਰ ਬਣਾਇਆ, ਪੰਜਾਬ ਦੀ ਕੈਬਨਿਟ ਦੇ ਵਿੱਚ ਇਹਨਾਂ ਨੂੰ ਮੰਤਰੀ ਬਣਾਇਆ ਕਾਂਗਰਸ ਪਾਰਟੀ ਨੇ, ਜਿਨ੍ਹਾਂ ਇਹਨਾਂ ਨੂੰ ਪਿਆਰ ਦਿੱਤਾ। ਤੇ ਇਹੋ ਜਿਹੇ ਦਲ ਬਦਲੂ ਜਿਹੜੇ ਨੇਤਾ ਨੇ ਉਹਨਾਂ ਦਾ ਉਧਰ ਵੀ ਕੁਝ ਨਹੀਂ ਬਣਨਾ। ਗੁਰੂ ਹਰਸਾਏ ਦੇ ਵਿੱਚ ਜਿਹੜੇ ਲਗਾਤਾਰ ਸਿਰਵੇ ਆ ਰਹੇ ਸੀ ਉਹਨਾਂ 'ਚ ਬੁਰੀ ਤਰ੍ਹਾਂ ਹਾਰ ਰਹੇ ਸੀਗੇ ਤੇ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਸਾਫ਼ ਟਿਕਟ ਤੋਂ ਵੀ ਮਨਾ ਕਰ ਦਿੱਤਾ ਸੀ। ਤੇ ਸਿਰਫ ਇਹ ਬੀਜੇਪੀ ਨੂੰ ਕਹਿੰਦੇ ਰਟਾਇਆ ਸਭ ਦੇ ਕੋਲ ਬਿਆਨ ਹੁੰਦਾ ਹੈ। ਕੋਈ ਤੁਹਾਡੇ ਚ ਆ ਕੇ ਸ਼ਾਮਲ ਹੋ ਜਾਵੇ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਵਾਲੇ ਕਹਿਣਗੇ ਕਿ ਨਹੀਂ ਜੀ ਅਸੀਂ ਤਾਂ ਟਿਕਟ ਨਹੀਂ ਦੇਣੀ ਸੀ। ਕੋਈ ਬੀਜੇਪੀ ਚ ਤੁਹਾਡਾ ਚਲਾ ਗਿਆ, ਤੁਸੀਂ ਸੇਮ ਗੱਲ ਕਹਿ ਰਹੇ ਹੋ। ਕੋਈ ਬੀਜੇਪੀ ਦਾ ਹੋਰ ਪਾਸੇ ਚਲਾ ਗਿਆ, ਫਿਰ ਬੀਜੇਪੀ ਗੱਲ ਕਹੇਗੀ। ਜੇ ਅਕਾਲੀ ਦਲ ਦਾ ਕੋਈ ਛੱਡ ਕੇ ਚਲਾ ਜਾਂਦਾ ਜਾਂ ਅਕਾਲੀ ਦਲ ਚ ਸ਼ਾਮਲ ਹੋ ਜਾਂਦਾ ਤਾਂ ਸੇਮ ਸਟੇਟਮੈਂਟਸ ਨੇ। ਪਰ ਲੋਕ ਤਾਂ ਇਹ ਵੀ ਕਹਿਣਾ ਚਾਹੁੰਦੇ ਨੇ ਜਾਂ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਤਾਂ ਆਗੂ ਨਾਰਾਜ਼ ਸੀ, ਤੁਸੀਂ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਕਹਿੰਦਾ ਵੀ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਬੀਜੇਪੀ ਵਾਲਿਆਂ ਨੂੰ ਕੋਈ ਲੱਭਦਾ ਨਹੀਂ ਤੇ ਇਹਨਾਂ ਨੂੰ ਕੋਈ ਲੈਂਦਾ ਨਹੀਂ। ਕੋਈ ਗੱਲ ਨਹੀਂ, ਇਹ ਤਾਂ ਰਾਜਨੀਤੀ ਆ। ਕਾਂਗਰਸ ਪਾਰਟੀ ਇੱਕ ਸਮੁੰਦਰ ਹੈ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਇੱਥੇ ਬਹੁਤ ਵੱਡੇ ਤਰੀਕੇ ਨਾਲ ਇਹੋ ਥੋੜੇ ਦਿਨ ਪਹਿਲਾਂ ਇਹਨਾਂ ਲੋਕਾਂ ਨੇ ਚੰਨੀ ਸਾਹਿਬ ਦੀ ਰੈਲੀ ਵੀ ਕਰਾਈ। ਪਰ ਚਲੋ ਠੀਕ ਹੈ, ਕੁਝ ਅਹੁਦੇਦਾਰੀਆਂ ਦੀ ਇਹਨਾਂ ਲੋਕਾਂ ਨੂੰ ਲਾਲਚ ਹੁੰਦਾ ਹੈ, ਜੋ ਪਾਰਟੀ ਵੱਲੋਂ ਦਿੱਤਾ ਮਾਨ ਸਤਿਕਾਰ ਸ਼ਾਇਦ ਇਹਨਾਂ ਨੂੰ ਚੰਗਾ ਨਾ ਲੱਗਾ ਹੋਵੇ। ਇਹੋ ਲੋਕ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਕਤਾਰ 'ਚ ਰਹੇ ਤੇ ਅੱਜ ਉਹਨਾਂ ਦਾ ਵੀ ਕੀ ਹਾਲ ਕੀਤਾ ਤੇ ਉਧਰ ਵੀ ਇਹੀ ਹਾਲ ਕਰਨਗੇ। ਤੇ ਬਿਲਕੁਲ ਕਾਂਗਰਸ ਪਾਰਟੀ ਦੇ ਹੌਸਲੇ ਬੁਲੰਦ ਨੇ। ਤੁਹਾਡੀ ਸਟੇਟਮੈਂਟ ਆ ਗਈ ਜੈਬੰਸ ਜੀ, ਮੈਂ ਕਰ ਲਵਾਂ। ਰੂਬੀ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਜੈਬੰਸ ਜੀ ਸਾਡੇ ਨਾਲ ਬੀਜੇਪੀ ਦੇ ਨੁਮਾਇੰਦੇ ਜੁੜੇ ਹੋਏ ਨੇ। ਜੈਬੰਸ ਜੀ, ਪਹਿਲੀ ਸਟੇਟਮੈਂਟ ਦੇਖੋ, ਮੈਂ ਉਸ ਦੇ ਉੱਤੇ ਤੁਹਾਡੇ ਤੋਂ ਜਵਾਬ ਚਾਹੂੰਗਾ। ਕਾਂਗਰਸੀ ਕਹਿੰਦੇ ਨੇ ਕਿ ਬੀਜੇਪੀ ਨੂੰ ਕੋਈ ਲੱਭਦਾ ਨਹੀਂ ਤੇ ਰਾਣਾ ਸੋਢੀ ਨੂੰ ਕੋਈ ਲੈਂਦਾ ਨਹੀਂ ਤੇ ਇਸ ਕਰਕੇ ਹੁਣ ਦੋਵੇਂ ਇੱਕ ਹੋ ਗਏ ਨੇ। ਚਲੋ ਜੀ, ਜੋ ਵੀ ਕਹਿਣਾ ਚਾਹੁੰਦੀ ਹੈ ਕਾਂਗਰਸ, ਉਹਨਾਂ ਦਾ ਹੱਕ ਬਣਦਾ ਹੈ। ਜਿਹੜੇ ਤਰੀਕੇ ਨਾਲ ਵੀ ਸੋਚਣਾ ਚਾਹੁੰਦੇ ਨੇ ਉਹਨਾਂ ਦਾ ਹੱਕ ਬਣਦਾ ਹੈ, ਜੋ ਮਰਜ਼ੀ ਕਹਿਣ। ਪਰ ਅਗਰ ਰਾਜਨੀਤੀ ਸਹੀ ਤਰੀਕੇ ਨਾਲ ਦੇਖੀ ਜਾਏ ਤੇ ਅਗਰ ਮੈਂ ਕਾਂਗਰਸ ਪਾਰਟੀ 'ਚ ਹੋਵਾਂ ਤੇ ਇਸ ਵੇਲੇ ਮੈਂ ਬਹੁਤ ਜ਼ਿਆਦਾ ਵਰਿਡ ਹੋਵਾਂ ਕਿ ਇਹ ਕੀ ਹੁੰਦਾ ਜਾ ਰਿਹਾ ਹੈ, ਕਿਸ ਤਰੀਕੇ ਦੇ ਨਾਲ ਪਾਰਟੀ ਜਿਹੜੀ ਹੈ ਇੰਟਰਨਲੀ ਟੁੱਟਦੀ ਜਾ ਰਹੀ ਹੈ। ਹੁਣੇ ਇਹ ਕਹਿੰਦੇ ਨੇ ਕਿ ਉਹਨਾਂ ਨੇ ਅਮਰਿੰਦਰ ਸਿੰਘ ਨੂੰ ਤੋੜ ਦਿੱਤਾ। ਇਹਦਾ ਮਤਲਬ ਇਹਨਾਂ ਨੇ ਐਡਮਿਟ ਕਰ ਲਿਆ ਕਿ ਕੋਈ ਨਾ ਕੋਈ ਸਾਜ਼ਿਸ਼ ਉੱਤੇ ਹੈਗੀ ਸੀਗੀ ਜਿਹਨੇ ਅਮਰਿੰਦਰ ਸਿੰਘ ਨੂੰ ਤੋੜਿਆ ਹੋਇਆ ਹੈ ਤੇ देयर वर फोर्सेस विद इन द ਕਾਂਗਰਸ which were working to break him। ਸੋ ਇਹਨਾਂ ਨੇ ਆਪਣੇ ਆਪ ਇਸ ਚੀਜ਼ ਨੂੰ ਮੰਨ ਲਿਆ। ਦੂਸਰੀ ਗੱਲ, ਰਾਣਾ ਗੁਰਮੀਤ ਸੋਢੀ ਬਹੁਤ ਪੁਰਾਣੇ ਇਹਨਾਂ ਦੇ ਲੀਡਰ ਨੇ, ਕਈ ਵਾਰ ਮਿਨਿਸਟਰ ਰਹੇ ਹੋਏ ਨੇ। ਉਹ ਹੀ ਵਾਸ ਵਨ ਆਫ ਦ ਪਿਲਰਸ। ਤੇ ਐਸੇ ਪਿਲਰ ਦੇ ਵਾਸਤੇ ਚਲੇ ਜਾਣਾ, ਕੋਈ ਛੋਟਾ ਮੋਟਾ ਆਦਮੀ ਚਲਾ ਜਾਏ ਜਿਹਨੂੰ ਇਹ ਕਹਿਣ ਕਿ ਚਲੋ ਠੀਕ ਹੈ ਉਹ ਤੇ ਪ੍ਰਵਕਤਾ ਸੀਗਾ ਜਾਂ ਕੁਝ ਹੋਰ ਸੀਗਾ। ਤੇ ਦੂਸਰੀ ਗੱਲ ਹੈ, ਅਗਰ ਇਹਨਾਂ ਦੇ ਪਿਲਰ ਹੀ ਜਾ ਰਹੇ ਨੇ ਤੇ ਉਹਦੇ ਬਾਅਦ ਵੀ ਇਹ ਅਗਰ ਡਿਨਾਈਲ ਮੋਡ ਦੇ ਵਿੱਚ ਹਾਰ ਰਹੇ ਸੀ, ਸਾਡੇ ਸਰਵੇ ਦੱਸ ਰਹੇ ਸੀ ਅਸੀਂ ਟਿਕਟ ਦੇਣੀ ਨਹੀਂ ਸੀ, ਦੱਸ ਦਿੱਤਾ ਸੀ ਰਾਣਾ ਸੋਢੀ ਨੂੰ, ਇਸ ਕਰਕੇ ਉਹ ਚਲੇ ਗਏ।
ਹਾਂ ਚਲੋ ਠੀਕ ਹੈ, ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਟਾਈਮ ਸੀਗਾ ਜਦੋਂ ਕਹਿੰਦੇ ਸੀ ਕਿ ਵੀ ਹੁਣ ਇਹ ਹਜੇ ਤੱਕ ਵੀ ਕਹਿੰਦੇ ਨੇ ਕਿ ਬੀਜੇਪੀ ਦਾ ਇੱਥੇ ਕੋਈ ਵਜੂਦ ਨਹੀਂ ਹੈ, ਤੇ ਅਗਰ ਬੀਜੇਪੀ ਦਾ ਕੋਈ ਵਜੂਦ ਨਹੀਂ ਤੇ ਸਾਡੇ ਵਰਗੇ ਬੰਦੇ ਜਿਹੜੇ ਡਟ ਕੇ ਬੀਜੇਪੀ ਦੇ ਵਿੱਚ ਏਡੇ ਸਾਲਾਂ ਤੋਂ ਕਿਉਂ ਬੈਠੇ ਹੋਏ ਨੇ? ਪਾਰਟੀ ਲਾਇਲਟੀ ਵੀ ਕੋਈ ਚੀਜ਼ ਹੁੰਦੀ ਹੈ, ਹਾਰ ਜਿੱਤ ਸਭ ਕੁਝ ਨਹੀਂ ਹੁੰਦਾ ਕਿ ਹਾਰ ਗਿਆ ਕੋਈ ਤੇ ਜਿੱਤ ਗਿਆ ਕੋਈ, ਤੇ ਕੋਈ ਪਾਰਟੀ ਲਾਇਲਟੀ ਹੁੰਦੀ ਹੈ, ਕੋਈ ਆਈਡੀਓਲੋਜੀ ਹੁੰਦੀ ਹੈ, ਬੰਦਾ ਆਈਡੀਓਲੋਜੀ ਵਾਸਤੇ ਪਾਰਟੀ ਨਾਲ ਰਹਿੰਦਾ ਹੈ। ਵਿਨਿੰਗ ਐਬਿਲਿਟੀ ਦੇ ਉੱਤੇ ਟਿਕਟ ਦਿੱਤੀ ਜਾਂਦੀ ਹੈ। ਜੇ ਉਹਨਾਂ ਨੂੰ ਲੱਗ ਰਿਹਾ ਕਿ ਰਾਣਾ ਸੋਢੀ ਜਿੱਤਣ ਵਾਲੀ ਪੋਜੀਸ਼ਨ ਦੇ ਵਿੱਚ ਨਹੀਂ ਸੀ ਤਾਂ ਕਾਂਗਰਸ ਕਹਿ ਰਹੀ ਹੈ ਇਸ ਤਾਂ ਟਿਕਟ ਕੱਢ ਦੇਣੀ ਸੀ। ਉਹ ਤਾਂ ਬੀਜੇਪੀ ਵੀ ਕਰਦੀ ਹੈ, ਬੀਜੇਪੀ ਵੀ ਆਪਣੇ ਵਿਧਾਇਕਾਂ ਦੀ ਮੰਤਰੀਆਂ ਦੀ ਟਿਕਟ ਕੱਢ ਦਿੰਦੀ ਹੈ, ਕੋਈ ਨਵੀਂ ਗੱਲ ਨਹੀਂ ਹੈ। ਉਹ ਠੀਕ ਹੈ, ਤੇ ਰਾਣਾ ਸੋਢੀ ਨੂੰ ਉੱਥੇ ਰਹਿਣਾ ਚਾਹੀਦਾ ਸੀ ਨਾ। ਸਾਨੂੰ ਤੇ ਇਹ ਵੀ ਨਹੀਂ ਪਤਾ ਕਿ ਇੱਥੇ ਬੀਜੇਪੀ ਦੇ ਵਿੱਚ ਕਿਹਨੂੰ ਟਿਕਟ ਮਿਲਣੀ ਹੈ। ਸਾਰੇ ਬੰਦੇ ਬੜੇ ਜ਼ੋਰ ਸ਼ੋਰ ਦੇ ਨਾਲ ਕੰਮ ਕਰੀ ਜਾ ਰਹੇ ਨੇ ਹੈ। ਕਿਸੇ ਨੇ ਹਜੇ ਤੱਕ ਤੁਸੀਂ ਸੁਣਿਆ ਕਿਸੇ ਨੂੰ ਬੀਜੇਪੀ ਦੇ ਵਿੱਚ ਕਹਿੰਦੇ ਹੋਏ ਕਿ ਮੈਨੂੰ ਟਿਕਟ ਚਾਹੀਦੀ ਹੈ, ਮੈਨੂੰ ਨਹੀਂ ਚਾਹੀਦੀ ਹੈ? ਇਹ ਹੁੰਦਾ ਡਿਸਪਲਿਨ। तो ये डिसिपलिन मेनटेन करना बहुत जरूरी होंदा है। अगर राणा सोढी सिर्फ टिकट के वास्ते उत्थे ना हुंदे, उन्होंने लॉयल्टी तोड़ी हुंदी, मैं नहीं समझदा उत्थे होर बड़ियां चीजां ने। उत्थे तानाशाही है, उत्थे करप्शन है, उत्थे जो जहां दा मतलब एक कोटरी बनी हुई है। उत्थे उन्हां दा जिहड़ा इस कहंदे ने सिद्धू साहब ने पता नहीं कैसियां उल्ट पुलट चीज़ां कहते रहंदे ने सारा टाइम। इन्हां नूं खतरा पै गया सारे बंदियां नूं कांग्रेस दे विच कि कांग्रेस बिल्कुल सेंटर तो सीम तो ही ना टुट जाए ते इन्हां दी मतलब इन्हां दा पॉलिटिकल कैरियर की इन्हां दी पूरी लाइफ जिहड़ी है वो खराब हो जाएगी। इस वास्ते लोग आ रहे ने। राणा सोढी जी इक्को ही आए ने, तुसीं हजे देखो होर किन्ने आंदे ने। मैं जवाब लेना सर, मैं एक बारी जवाब लेना, मैं तुहाडे वापस देखो यही गल कह रहे ने ऑप्शन है। ਤੇ ਰਾਣਾ ਸੋਢੀ ਆਪਣੀ ਸਟੇਟਮੈਂਟ ਦੇ ਵਿੱਚ ਕਹਿ ਕੇ ਗਏ ਕਿ ਧਰਮ ਨਿਰਪੱਖਤਾ ਜੋ ਸੈਕੂਲਰਿਜ਼ਮ ਪਹਿਲਾਂ ਨਜ਼ਰ ਆਉਂਦਾ ਸੀ ਕਾਂਗਰਸ ਨਜ਼ਰ ਨਹੀਂ ਆਉਂਦਾ। ਬੀਜੇਪੀ ਦੇ ਆਗੂ ਕਹਿ ਰਹੇ ਨੇ ਕਿ ਇੰਟਰਨਲ ਪਾਰਟੀ ਟੁੱਟਦੀ ਜਾ ਰਹੀ ਹੈ, ਖਾਸ ਤੌਰ ਤੇ ਪੰਜਾਬ ਦਾ ਉਹ ਜ਼ਿਕਰ ਕਰ ਰਹੇ ਨੇ। ਜਨਾਬ ਟੁੱਟ ਤਾਂ ਇਹ ਰਹੇ ਹੈ, ਪੂਰੇ 1 ਸਾਲ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਜਾਣ ਦਿੱਤਾ। ਸਾਰੀਆਂ ਇਲੈਕਸ਼ਨਾਂ 'ਚ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ। ਪੱਛਮ ਬੰਗਾਲ ਵਰਗੀਆਂ ਸਟੇਟਾਂ ਤੋਂ ਇਹਨਾਂ ਨੂੰ ਮੁੱਠਾਂ ਖਾਣੀ ਪਈ। ਇਹਨਾਂ ਨੂੰ ਰਿਜ਼ਲਟ ਦਿਸ ਰਿਹਾ, ਚਲੋ ਕੋਈ ਗੱਲ ਨਹੀਂ, ਕਈ ਪਾਰਟੀਆਂ ਦੇ ਵਿੱਚ ਕੋਈ ਦਲ ਬਦਲੂ ਲੋਕ ਹੁੰਦੇ ਆ, ਉਹ ਚਲੇ ਗਏ, ਕੋਈ ਫਰਕ ਨਹੀਂ ਪੈਂਦਾ। ਕਾਂਗਰਸ ਪਾਰਟੀ ਮਜ਼ਬੂਤ ਹੈ। ਸਾਡੇ ਨਾਲ ਵੀ ਕਈ ਵਿਧਾਇਕ ਆਏ ਨੇ, ਕਈ ਇਹਨਾਂ ਦੇ ਜਿਹੜੇ ਪਾਰਟੀ ਦੇ ਵੱਡੇ ਲੀਡਰ ਨੇ ਉਹ ਆਉਣਗੇ। ਤੇ ਇਹ ਤਾਂ ਜਿਹੜੇ ਬਾਗਾਂ ਦੇ ਗਲਤ ਪਟਵਾਰੀ ਨੇ, ਚਲੋ ਠੀਕ ਹੈ, ਇਹ ਆਪਦਾ ਕਰ ਰਹੇ ਨੇ। ਪੰਜਾਬ 'ਚ ਹਮੇਸ਼ਾ ਕਈ ਤਰ੍ਹਾਂ ਦੀਆਂ ਛੁੱਲੀਆਂ ਛੱਡਦੇ ਨੇ, ਕਈ ਤਰ੍ਹਾਂ ਦੀਆਂ ਇਹਨਾਂ ਦੀਆਂ ਸਟੇਟਮੈਂਟ ਆਉਂਦੀਆਂ ਹੈ। ਅੱਜ ਵੀ ਸ਼ਿਕਾਵਤ ਸਾਹਿਬ ਅਕਾਲੀ ਦਲ ਦੇ ਚਲੋ ਆਪਣੇ ਮਜੀਠੀਆ ਸਾਹਿਬ ਤੇ ਜਿਹੜੀ FRA ਉਹਦੇ ਤੇ ਗੱਲ ਕਰ ਰਹੇ ਸੀ। ਮੈਂ ਉਹਨਾਂ ਤੋਂ ਵੀ ਸਵਾਲ ਪੁੱਛਣਾ ਚਾਹੁੰਦਾ ਵੀ 10 ਸਾਲ ਤੁਸੀਂ ਵੀ ਉਹਨਾਂ ਦੇ ਭਾਈਵਾਲ ਰਹੇ ਹੋ, ਤੁਸੀਂ ਭਾਈਵਾਲ ਰਹੇ ਹੋ। ਪੰਜਾਬ ਨੂੰ ਉਜਾੜਨ ਦੇ ਵਿੱਚ ਤੁਹਾਡਾ ਵੀ ਬੜਾ ਵੱਡਾ ਰੋਲ ਹੈ। ਤੁਹਾਨੂੰ ਵੀ 17 ਦੀਆਂ ਇਲੈਕਸ਼ਨਾਂ 'ਚ 3 ਸੀਟਾਂ ਹੀ ਆਈਆਂ ਸੀਗੀਆਂ, ਉਹ ਆંકੜਾ ਪਾਰ ਐਤਕੀ ਵੀ ਨਹੀਂ ਕੀਤਾ ਜਾਣਾ। ਤੇ ਬਿਲਕੁਲ ਇਸ ਮੌਕੇ ਦੀ ਸਰਕਾਰ ਤੇ ਪੰਜਾਬ ਦੇ ਲੋਕ ਯਕੀਨ ਕਰ ਰਹੇ ਆ, ਪੰਜਾਬ ਦੇ ਲੋਕਾਂ ਨੂੰ ਉਸ ਲੀ ਵੱਲ ਲੈ ਕੇ। ਠੀਕ ਹੈ ਜੈਬਾਨ ਜੀ, ਜਵਾਬ ਤੁਹਾਡਾ ਸਰ। ਬਹੁਤ ਸੀਰੀਅਸ ਐਲੀਗੇਸ਼ਨ ਬਾਰ ਪਲਟਮਾਰ ਹੋ ਰਿਹਾ, ਪਰ ਜੀ ਮਾਨਯੋਗ ਨੇ ਰੂਬੀ ਜੀ, ਮਾਨਯੋਗ ਨੇ। ਮੈਨੂੰ ਇਹਨਾਂ ਦੀ ਗੱਲ ਦੇ ਉੱਤੇ ਬਹੁਤ ਤਰਸ ਆ ਰਿਹਾ ਹੈ। ਹੀ ਇਜ਼ ਇਨ ਅ ਡਿਫੈਂਸਿਵ ਮੋਡ। ਜਦੋਂ ਤਾਂ ਮੈਂ ਡਿਬੇਟ 'ਚ ਬਹਿਣਾ, ਇੱਥੇ ਕਿੰਨੇ ਪ੍ਰਵਕਤਾ ਆਉਂਦੇ ਹੁੰਦੇ ਸੀ। ਬਰੀਵਾਲ ਆਉਂਦਾ ਸੀਗਾ, ਉਹਦੇ ਬਾਅਦ ਅਰਸ਼ਪ੍ਰੀਤ ਆਉਂਦਾ ਸੀਗਾ, ਹੋਰ ਲੇਡੀਜ਼ ਆਉਂਦੀਆਂ ਸੀਗੀਆਂ। ਉਹ ਸਾਰਿਆਂ ਨੇ ਆਉਣਾ ਬੰਦ ਕਰ ਦਿੱਤਾ, ਪਤਾ ਨਹੀਂ ਕਿੱਧਰ ਚਲੇ ਗਏ ਨੇ। ਉਹ ਵੀ ਸ਼ਾਇਦ ਬੀਜੇਪੀ ਦੇ ਵਾਲੀ ਉਹਨਾਂ ਦਾ ਮੂੰਹ ਕਿਧਰੇ ਹੋਏ। ਰੂਬੀ ਜੀ ਦੇ ਨਾਲ ਤੇ ਅੱਜ ਮੈਂ ਪਹਿਲੀ ਵਾਰੀ ਡਿਬੇਟ 'ਚ ਬੈਠਿਆ ਤੇ ਇਹ ਕਹਿਣਾ, ਦੇਖੋ ਅਗਰ ਸਾਨੂੰ ਨਹੀਂ ਸੀ ਜਾਣ ਦਿੰਦੇ, ਪਿੰਡਾਂ ਦੇ ਵਿੱਚ ਜਾਣ ਨਹੀਂ ਸੀ ਦਿੰਦੇ, ਤੇ ਅਸੀਂ ਬੀਜੇਪੀ ਤੇ ਛੱਡ ਕੇ ਨਹੀਂ ਨਾ ਗਏ। ਵੀ ਅਸੀਂ ਬੀਜੇਪੀ ਦੀ ਜਿਹੜੀ ਕੋਰ ਟੀਮ ਹੈ ਉਹ ਵਰਸਟ ਟਾਈਮ ਦੇ ਵਿੱਚ ਵੀ ਬੀਜੇਪੀ ਦੇ ਨਾਲ ਸੀਗੀ। ਪਰ ਇਹਨਾਂ ਦਾ ਤੇ ਜਿੱਦਾਂ ਵੈਨ ਅ ਸ਼ਿਪ ਇਜ਼ ਸਿੰਕਿੰਗ ਦ ਰੈਟਸ ਆਰ ਦ ਫਰਸਟ ਟੂ ਜੰਪ ਆਊਟ ਆਫ ਦ ਸ਼ਿਪ। ਇਹ ਕਹਾਵਤ ਹੈਗੀ ਹੈ ਕਿ ਜੋ ਚੂਹੇ ਸਭ ਤੋਂ ਪਹਿਲੇ ਡੁੱਬਦੀ ਨਈਆਂ ਨੂੰ ਛੱਡਦੇ ਨੇ, ਤੇ ਉਹ ਇਹਨਾਂ ਦਾ ਹਾਲ ਹੁੰਦਾ ਜਾ ਰਿਹਾ ਹੈ। ਤੇ ਇਹਨਾਂ ਨੂੰ ਆਪਣੇ ਬਾਰੇ ਸੋਚ ਲੈਣਾ ਚਾਹੀਦਾ, ਸਾਡੇ ਬਾਰੇ ਨਾ ਸੋਚਣ। ਤੇ ਮੈਂ ਇਹਨਾਂ ਨੂੰ ਅਗਵਾਹ ਕਰਦਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੇ ਹੋਰ ਵੀ ਬਹੁਤ ਠੀਕ ਹੈ। ਮੈਂ ਛੋਟਾ ਜਿਹਾ ਸਟੇਟਮੈਂਟ ਮੈਂ ਕਿਸੇ ਤਰ੍ਹਾਂ ਰੂਬੀ ਜੀ ਕੁਝ ਕਹਿਣਾ ਚਾਹ ਰਹੇ ਨੇ। ਠੀਕ ਹੈ, ਮੈਂ ਰੂਬੀ ਜੀ ਕੁਝ ਕਹਿਣਾ ਚਾਹ ਰਹੇ ਨੇ, ਮੈਂ ਵਾਪਸ ਆਣਾ ਹੈ। ਰੂਬੀ ਜੀ ਜਿਸ ਪਾਰਟੀ ਕੋਲ ਅੱਜ 117 ਹਲਕਿਆਂ ਦੇ ਵਿੱਚ ਮੇਰੇ ਖਿਆਲ ਕੈਂਡੀਡੇਟ ਵੀ ਨਹੀਂ, ਪੂਰਾ ਢਾਂਚਾ ਵੀ ਨਹੀਂ, ਉਹ ਅੱਜ ਇਦਾਂ ਦੀਆਂ ਗੱਲਾਂ ਕਰ ਰਿਹਾ, ਸਾਨੂੰ ਵੀ ਇਹਨਾਂ ਤੇ ਹਾਸਾ ਆ ਰਿਹਾ। ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਇਲੈਕਸ਼ਨ ਤੁਹਾਨੂੰ ਲੱਗਦਾ ਫਿਰ ਰਾਣਾ ਸੋਢੀ ਨੇ ਗਲਤ ਸਟੈਪ ਚੱਕ ਲਿਆ ਕਿ ਹੋਰ ਪਾਰਟੀ ਚਲੇ ਜਾਂਦੇ ਜਿਨ੍ਹਾਂ ਦੇ ਕੋਲ ਪੂਰਾ ਢਾਂਚਾ ਤਾਂ ਘੱਟੋ ਘੱਟ ਹੋਵੇ 117 ਸੀਟਾਂ ਤੇ, ਜੋ ਤੁਹਾਡੇ ਐਲੀਗੇਸ਼ਨ ਜਿਹੜੀ ਮਰਜ਼ੀ ਪਾਰਟੀ 'ਚ ਜਾਣ, ਜਿਹੜੇ ਲੋਕ ਦਾਗੀ ਹੋ ਜਾਣ, ਜੇ ਉਹ ਪਾਰਟੀ ਬਦਲਣ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਕਿਵੇਂ ਹੋ ਗਿਆ ਸਰ? ਰਾਣਾ ਸੋਢੀ ਕਾਂਗਰਸੀ ਕਿਵੇਂ ਦਾਗੀ ਕਹਿ ਰਹੇ ਨੇ ਰਾਣਾ ਸੋਢੀ? ਜਦੋਂ ਉਹ ਇਲੈਕਸ਼ਨ ਹਾਰ ਰਹੇ ਸੀ, ਜਦੋਂ ਸਿਰਵੇ ਆ ਰਹੇ ਸੀ, ਉਹ ਇਲੈਕਸ਼ਨ ਜਿੱਤ ਨਹੀਂ ਰਹੇ ਸੀ, ਪਾਰਟੀ ਨੇ ਸਾਫ਼ ਉਹਨਾਂ ਨੂੰ ਦੱਸ ਦਿੱਤਾ ਸੀ। ਪਰ ਉਹ ਜੇ ਟਿਕਟ ਲਈ ਗਏ ਨੇ, ਜੋ ਟਿਕਟ ਲਈ ਲੜਨਾ ਚਾਹੁੰਦੇ ਨੇ, ਤੇ ਉਹ ਸਾਹਮਣੇ ਪਤਾ ਲੱਗ ਜਾਊਗਾ। 2-2 ਟਿਕਟਾਂ ਉਹ ਮੰਗਦੇ ਨੇ, ਦੋਵੇਂ ਥਾਵਾਂ ਤੋਂ ਇਲੈਕਸ਼ਨ ਨਹੀਂ ਸੰਭਾਲ ਪਾ ਰਹੇ ਨਾ ਸਰ ਤੁਸੀਂ। ਕਾਂਗਰਸ ਸਾਰੇ ਵਿਧਾਇਕਾਂ ਨੂੰ ਟਿਕਟ ਦੇ ਦੇਗੀ? ਨਹੀਂ ਹੋ ਸਕਦਾ ਨਾ। ਹੋ ਸਕਦਾ ਕਿ ਕੁਝ ਵਿਧਾਇਕਾਂ ਦੀ ਟਿਕਟ ਕੱਟੇ, ਫਿਰ ਜਿਨ੍ਹਾਂ ਦੀ ਟਿਕਟ ਕੱਟੇਗੀ ਉਹ ਜਾਣਗੇ, ਤੁਸੀਂ ਨਹੀਂ ਰੋਕੋਗੇ ਉਹਨਾਂ ਨੂੰ। ਗੌਰਵ ਜੀ, ਇਹ ਰਾਜਨੀਤੀ ਹੈ। ਉੱਤਰਾਖੰਡ ਦੇ ਵਿੱਚ ਇਹਨਾਂ 3 ਮੁੱਖ ਮੰਤਰੀ ਬਦਲਤੇ,
ਕਿਸ ਤਰੀਕੇ ਨਾਲ ਦੇਖੋ, ਇਹ ਹਰ ਪਾਰਟੀ ਦੀ ਪ੍ਰਕਿਰਿਆ ਹੈ। ਲੋਕ ਆਉਂਦੇ ਨੇ, ਲੋਕ ਜਾਂਦੇ ਨੇ, ਤੇ ਸਾਡੇ ਵੀ ਬੜਾ ਵੱਡਾ ਮੈਂ ਕਹਿੰਦਾ ਲਾਈਨਾਂ ਲੱਗੀਆਂ ਪਈਆਂ। ਕਿੰਨੇ ਐਮਐਲਏ ਤਾਂ ਆਮ ਆਦਮੀ ਪਾਰਟੀ ਦੇ ਆ ਕੇ ਕੁਝ ਇਹਨਾਂ ਦੇ ਆਗੂ ਵੀ ਜੁਆਇਨ ਕਰ ਰਹੇ ਨੇ, ਤੇ ਬਿਲਕੁਲ ਤੁਹਾਡੇ ਸਾਹਮਣੇ ਆ ਜਾਣਾ। ਉਹ ਤਾਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂ। ਜੈਬੰਸ਼ ਜੀ, ਸਭ ਦਾ ਵੈਲਕਮ ਹੈ। ਕਾਂਗਰਸ ਜਿਸ ਨੂੰ ਟਿਕਟ ਨਾ ਮਿਲੇ, ਜਿਸ ਦੇ ਸਰਵਿਸਿਜ਼ ਦੇ ਅਗੇਂਸਟ ਜਾਂਦੇ ਹੋਣ, ਕਿਸੇ ਦੇ ਕੋਈ ਐਲੀਗੇਸ਼ਨ ਹੋਵੇ, ਕੋਈ ਕਿਸੇ ਦਾ ਕਰੀਬੀ ਹੋਵੇ, ਸਭ ਦਾ ਵੈਲਕਮ ਹੈ। ਕੋਈ ਵੀ ਆਵੇ ਤਾਂ ਬੀਜੇਪੀ ਉਹਦਾ ਵੈਲਕਮ ਕਰੇਗੀ। ਬਿਲਕੁਲ ਨਹੀਂ ਹੈ। ਇਹ ਤੇ ਅਸੀਂ ਤੇ ਲਾਈਕ ਮਾਈਂਡਡ ਲੋਕਾਂ ਨੂੰ ਲੈਣੇ ਆ, ਜਿਹੜੇ ਸਾਡੇ ਅਸੀਂ ਸਿਧਾਂਤ ਤੇ ਅਸੂਲ ਜਿਹੜੇ ਅਸੀਂ ਦੱਸੇ ਹੋਏ ਨੇ ਕਿ ਅਸੀਂ ਡਰੱਗਸ ਦੇ ਖਿਲਾਫ ਲੜਨਾ ਹੈ, ਅਸੀਂ ਲਾਅ ਐਂਡ ਆਰਡਰ ਵਾਸਤੇ ਲੜਨਾ ਹੈ, ਅਸੀਂ ਡਿਵੈਲਪਮੈਂਟ ਵਾਸਤੇ ਲੜਨਾ ਹੈ, ਅਸੀਂ ਐਜੂਕੇਸ਼ਨ ਹੈਲਥ ਵਾਸਤੇ ਲੜਨਾ ਹੈ। ਅਸੀਂ ਇੱਕ ਵਾਰ ਵੀ ਨਹੀਂ ਕਿਹਾ ਕਿ ਅਸੀਂ ਕਿਸੇ ਨੂੰ 1000 ਰੁਪਏ ਦੇ ਦਾਂਗੇ। ਅਸੀਂ ਇਹ ਨਹੀਂ ਕਿਹਾ ਕਿ ਅਸੀਂ ਲਾਈਟ ਜਿਹੜੀ ਹੈ ਉਹਨੂੰ ਸਬਸਿਡਾਈਜ਼ ਕਰ ਦਾਂਗੇ। ਅਸੀਂ ਇੱਥੋਂ ਦੇ ਲੋਨ ਵਾਸਤੇ ਲੜਨਾ ਹੈ। ਵੀ ਹੈਵ ਗॉट ਵੈਰੀ ਸਟਰੋਂਗ ਏਜੰਡਾਜ਼, ऐसे एजेंडाज जो कि बीजेपी अपनी सारिया स्टेट्स ਦੇ ਵਿੱਚ ਲਗਾਉਂਦੀ ਹੈ। ਤੇ ਮੈਂ ਕਹਿ ਦਿੰਦਾ ਰੂਬੀ ਜੀ ਨੂੰ ਕਿ ਜਿਹੜਾ 117 ਕਹਿੰਦੇ ਨੇ ਸਾਡੇ ਕੋਲ ਬੰਦੇ ਨਹੀਂ ਨੇ, ਅਸੀਂ ਬਹੁਤ ਸਾਲ 1.5-2 ਸਾਲ ਹੋ ਗਏ ਸਾਨੂੰ ਬੜੀ ਮਿਹਨਤ ਕਰਦੇ ਹੋਏ। ਮੈਨੂੰ ਪਤਾ ਹੈ ਨਾ ਕਿੰਨੀ ਕੁ ਮਿਹਨਤ ਕੀਤੀ ਹੈ। ਐਂਡ ਵੀ ਆਰ ਵੈਰੀ ਵੈਲ ਪਲੇਸਡ ਇਨ ਆਲ ਕਨਸਟੀਟੂਐਂਸੀਜ਼। ਅਸੀਂ ਬਿਲਕੁਲ ਸਾਡੇ ਕੋਲ ਆਪਣੇ ਵੀ ਬੰਦੇ ਹੈਗੇ ਨੇ। ਹੁਣ ਅਗਰ ਲਾਈਕ ਮਾਈਂਡਡ ਤੁਹਾਡਾ ਕੀ ਖਿਆਲ ਹੈ ਇੱਕ ਦਿਨ ਦੇ ਵਿੱਚ ਆ ਗਏ ਹੋਣਗੇ ਰਾਣਾ ਸੋਢੀ? ਅਸੀਂ ਜਦੋਂ ਗੱਲਬਾਤ ਕੀਤੀ ਹੈ ਕੈਪਟਨ ਸਾਹਿਬ ਦੇ ਨਾਲ ਤੇ ਇਟ ਵਾਸ ਡਨ ਓਵਰ 10 ਮੀਟਿੰਗਸ। ਅਸੀਂ ਬੰਦੇ ਨੂੰ ਪਹਿਲੇ ਪਹਿਚਾਨਦੇ ਹਾਂ ਕਿ ਉਹ ਬੰਦਾ ਯੂਸਫੁਲ ਵੀ ਹੈਗਾ, ਲਾਈਕ ਮਾਈਂਡਡ ਹੈਗਾ ਕਿ ਨਹੀਂ ਹੈਗਾ। ਸੋ ਜਿਹੜਾ ਅਦਰਵਾਈਜ਼ ਤੇ ਅਸੀਂ ਅਗਰ ਬੂਹੇ ਖੋਲ ਦਈਏ ਤੇ 7 ਮਿਨਿਸਟਰ ਤੇ ਇਹਨਾਂ ਦੇ ਹੁਣੇ ਤਿਆਰ ਨੇ ਆਉਣ ਵਾਸਤੇ, ਤਾਂ ਉਹ ਗੱਲ ਨਹੀਂ ਹੈ। ਜਿਹੜਾ ਬੰਦਾ ਲਾਈਕ ਮਾਈਂਡਡ ਹੋਏਗਾ ਤੇ ਬਾਕੀ ਟਿਕਟ ਦੀ ਗੱਲ ਹੈ, ਇਹ ਕਿੱਥੇ ਲਿਖਿਆ ਕਿ ਅਸੀਂ ਰਾਣਾ ਸੋਢੀ ਜੀ ਨੂੰ ਟਿਕਟ ਦੇ ਦਾਂਗੇ? ਹਜੇ ਤੱਕ ਸਾਡੀ ਟਿਕਟ ਦੀ ਕੋਈ ਨਹੀਂ। ਚਲੋ ਸਰ, ਵੱਡਾ ਬੰਦਾ ਆਇਆ ਤਾਂ ਫਿਰ ਤਕਰੀਬਨ ਤੈਅ ਹੀ ਹੁੰਦਾ ਕਿ ਟਿਕਟ ਤਾਂ ਮਿਲ ਹੀ ਜਾਣੀ ਹੈ। ਨਹੀਂ ਤੈਅ ਹੁੰਦਾ, ਪਰ ਹਜੇ ਕੋਈ ਡਿਸਟ੍ਰੀਬਿਊਸ਼ਨ ਤੇ ਨਹੀਂ ਨਾ ਹੋਈ। ਕੋਈ ਦੂਸਰਾ ਵੱਡਾ ਅਹੁਦਾ ਵੀ ਮਿਲ ਸਕਦਾ ਹੈ, ਕੋਈ ਰਿਸਪੌਂਸਿਬਿਲਟੀ ਵੀ ਮਿਲ ਸਕਦੀ ਹੈ। ਤੇ ਉਹ ਸਾਡੇ ਉੱਤੇ ਛੱਡਣ ਨਾ। ਰੂਬੀ ਜੀ ਆਪਣੀ ਗੱਲ ਕਰਨ। ਠੀਕ ਹੈ ਰੂਬੀ, ਮੈਂ ਹੁਣੇ ਦੱਸ ਦਿੰਦਾ। ਅਸੀਂ 1 ਸੈਕਿੰਡ ਗੌਰਵ ਜੀ, ਜੀ ਕੰਪਲੀਟ ਕਰੋ। 6 ਮਹੀਨੇ ਤੋਂ ਕਹਿ ਰਹੇ ਹਾਂ, 1 ਸੈਕਿੰਡ, ਇਹ 6 ਮਹੀਨੇ ਤੋਂ ਕਹਿ ਰਹੇ ਹਾਂ that we are ready to fight in 117 seats। 6 ਮਹੀਨੇ ਤੋਂ ਮੈਂ ਸੁਣ ਰਿਹਾ ਪ੍ਰਧਾਨ ਜੀ ਨੂੰ ਕਹਿੰਦੇ ਹੋਏ 10 ਡਿਬੇਟਾਂ ਦੇ ਵਿੱਚ ਮੈਂ ਇਹ ਗੱਲ ਕਰ ਦਿੱਤੀ ਹੈ। ਕਿੱਦਾਂ ਕਹਿੰਦੇ ਨੇ that we are not ready to fight in 117 seats? ਕੋਈ ਅੰਦਰ ਬੈਠੇ ਹੋਏ ਨੇ, ਇਹਨਾਂ ਨੇ ਕੋਈ ਜਲੂਸ ਰੱਖਿਆ ਹੋਇਆ ਉੱਥੇ। ਬੋਲੋ ਰੂਬੀ ਜੀ। ਦੇਖੋ, ਅੱਜ ਡਰੱਗ ਦੇ ਮੁੱਦੇ ਦੀ ਗੌਰਵ ਜੀ ਗੱਲ ਕਰ ਰਹੇ ਹੈ। ਅੱਜ ਲੇਟੈਸਟ ਮੁੱਦਾ ਚੱਲ ਰਿਹਾ, ਅਸੀਂ ਤਾਂ ਕਰਕੇ ਦਿਖਾਤਾ। ਵਿਕਰਮ ਜੀਠੀਏ ਤੇ ਐਫਆਈਆਰ ਹੋ ਗਈ। 10 ਸਾਲੇ ਉਹਨਾਂ ਦੇ ਭਾਈਵਾਲ ਸੀ ਕਿ ਇਹ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਆ ਕਿ ਅਸੀਂ ਉਹਨਾਂ ਦੇ ਭਾਈਵਾਲ ਸੀ, ਅਸੀਂ ਗਲਤੀ ਮੰਨਦੇ ਆ। ਅੱਜ ਇਹ ਕਹਿ ਰਹੇ ਆ ਵੀ ਅਸੀਂ ਜਿਹੜੇ ਲੋਕ ਨਸ਼ੇ ਨੂੰ ਬੜਾਵਾ ਦਿੰਦੇ ਅਸੀਂ ਉਹਨਾਂ ਨੂੰ ਪਾਰਟੀ 'ਚ ਨਹੀਂ ਲੈਂਦੇ। ਤੁਸੀਂ ਤਾਂ 10 ਸਾਲ ਉਹਨਾਂ ਦੇ ਜੂਨੀਅਰ ਬਣ ਕੇ ਉਹਨਾਂ ਦੇ ਨਾਲ ਉਹਨਾਂ ਦੇ ਪਾਰਟਨਰ ਸੀਗੇ, ਕਿਹੜੇ ਸਰਕਾਰ ਦੇ ਹਿੱਸੇਦਾਰ ਸੀ ਕਿ ਉਹਨਾਂ ਗੁਨਾਹਗਾਰਾਂ 'ਚ ਗੁਨੇਗਾਰ ਤੁਸੀਂ ਵੀ ਬਣਦੇ ਹੋ। ਅੱਜ ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਹੋ ਜੇ ਮਾਈਨਿੰਗ ਦੇ ਇਸ਼ੂ ਤੇ, ਸ਼ਰਾਬ ਦੇ ਇਸ਼ੂ ਤੇ, ਜਾਂ ਜੋ ਪੰਜਾਬ 'ਚ ਕਿਸ ਤਰੀਕਾਂ ਦੀਆਂ ਜੋ ਚੀਜ਼ਾਂ ਹੋਈਆਂ ਉਹਨਾਂ ਸਾਰੀਆਂ ਤੇ ਕੀ ਅੱਜ ਬੀਜੇਪੀ ਹੱਥ ਜੋੜ ਕੇ ਮਾਫੀ ਮੰਗਦੀ ਹੈ ਲੋਕਾਂ ਤੋਂ? ਕਿ ਅੱਜ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਨੌਕਰੀਆਂ ਦੇਤੀਆਂ, ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਤਾ? ਮੈਂ ਅੱਜ ਆਪਦੀ ਗੱਲ ਕਰਦਾ, ਸਾਨੂੰ ਅਜੇ ਨੋਟਿਸ ਆਈ ਜਾਂਦੇ। ਅਸੀਂ ਯੂਥ ਕਾਂਗਰਸ ਨੇ ਦਿੱਲੀ 'ਚ ਜਾ ਕੇ ਇੰਡੀਆ ਗੇਟ ਦੇ ਕੋਲ ਮੁਜ਼ਾਹਰਾ ਕੀਤਾ ਸੀ। ਇਹ ਪਰਚਿਆਂ ਦੀ ਵੀ ਇਹ ਬਿਲਕੁਲ ਗਲਤ ਰਾਜਨੀਤੀ ਕਰ ਰਿਹਾ। ਜੇ ਕਿਸੇ ਦਾ ਕੋਈ ਪਰਚਾ ਖਾਰਜ ਨਹੀਂ ਹੋਇਆ, ਇਹ ਬਿਲਕੁਲ ਇਹ ਡਬਲ ਸਟੈਂਡਰਡ ਨੇ। ਇਹ ਤੁਹਾਡੇ 7 ਮੰਤਰੀ ਕਹਿੰਦੇ ਸਾਡੇ ਕੰਟੈਕਟ ਦੇ ਵਿੱਚ ਨੇ, ਅਸੀਂ ਗੇਟ ਖੋਲ ਦਈਏ 7 ਮੰਤਰੀ ਅੰਦਰ ਆ ਜਾਣੇ ਇੱਕੋ ਲਖਤ। ਮੈਂ ਕਹਿੰਦਾ ਕੋਈ ਨਹੀਂ, ਜਦੋਂ ਆਉਣਗੇ ਦੇਖੀ ਜਾਊਗੀ। ਅਜੇ ਤਾਂ ਇਹਨਾਂ ਦਾ ਕੋਲ ਇਹਨਾਂ ਦਾ ਕੈਡਰ ਹੀ ਨਹੀਂ, ਇਹਨਾਂ ਨੂੰ 117 ਕੈਂਡੀਡੇਟ ਨਹੀਂ ਲੱਭਣੇ, ਤਾਂ ਮੰਤਰੀਆਂ ਦੀ ਗੱਲ ਕਰਦੇ ਆ। ਬਿਲਕੁਲ ਕੋਈ ਨਹੀਂ ਜਾ ਰਿਹਾ। ਤੁਸੀਂ 117 ਜੈਬੰਸ਼ ਜੀ ਉਹ ਬਾਰ-ਬਾਰ 117 ਦਾ ਜ਼ਿਕਰ ਕਰ ਰਹੇ ਕਿ ਤੁਹਾਡੇ ਕੋਲ 117 ਦੇ ਵਿੱਚ ਨਾ ਕੈਡਰ ਹੈ, ਨਾ ਉਮੀਦਵਾਰ ਹੈ, ਨਾ ਦਾਅਵੇਦਾਰ ਹੈ। ਦੇਖੋ, ਮੈਂ ਹੁਣ ਇਹਨਾਂ ਦਾ ਇਸ ਗੱਲ ਦਾ ਜਵਾਬ ਹੀ ਨਹੀਂ ਦੇਣਾ ਚਾਹੁੰਦਾ। ਇੱਕ ਵਾਰ ਅਸੀਂ ਕਹਿਤਾ ਕਿ ਅਸੀਂ 117 ਸੀਟ ਤੋਂ ਲੜਨ ਵਾਸਤੇ ਸક્ષਮ ਆ। 5 ਵਾਰ ਤੇ ਤੁਹਾਡੇ ਇੱਥੇ ਚੈਨਲ ਦੇ ਉੱਤੇ ਮੈਂ ਕਿਹਾ ਹੋਏਗਾ, ਸਾਡੇ ਪ੍ਰਧਾਨ ਜੀ ਨੇ ਕਹਿਤਾ। ਇਹਨਾਂ ਨੂੰ ਕੀ ਪਤਾ ਸਾਡੇ ਇੰਟਰਨਲ ਡਾਇਨਾਮਿਕਸ ਦੇ ਵਿੱਚ ਅਸੀਂ ਕਿਹੜੇ ਤਰੀਕੇ ਨਾਲ ਕਾਡਰ ਬਣਾਇਆ। ਹੁਣ ਰੀਸੈਂਟਲੀ ਅਸੀਂ ਲੁਧਿਆਣਾ ਦੇ ਵਿੱਚ ਇੱਕ ਰੈਲੀ ਕੀਤੀ ਹੈ, ਉੱਥੇ 5000 ਬੂਥ ਲੈਵਲ ਦੇ ਕਾਰਜਕਰਤਾ ਆਏ ਸੀਗੇ। ਤੇ ਉਹ ਮਤਲਬ ਡਸਨਟ ਇਟ ਸ਼ੋ ਸਮਥਿੰਗ ਦੈਟ ਸਾਡੇ ਕੋਲ ਬੰਦੇ ਹੈਗੇ ਨੇ ਕੰਮ ਕਰਨ ਦੇ ਵਾਸਤੇ? ਸਾਡੇ ਕਾਰਜਕਰਤਾ ਮੰਡਲ ਜੈਬੰਸ਼ ਜੀ, ਇਹ ਵੀ ਲੱਗ ਰਿਹਾ ਕਿ ਬੀਜੇਪੀ ਸਭ ਦਾ ਵੈਲਕਮ ਕਰ ਰਹੀ ਹੈ, ਖਾਸ ਤੌਰ ਤੇ ਪੰਜਾਬ ਦੇ ਪੱਧਰ ਦੇ ਉੱਤੇ। ਸਮਝਾਣਾ ਨਹੀਂ ਚਾਹੁੰਦਾ, ਉਹ ਸਾਡਾ ਇੰਟਰਨਲ ਕੰਮ ਹੈ। ਅਸੀਂ ਤਿਆਰ ਆ। ਅਸੀਂ ਇਹ ਘੋਸ਼ਣਾ ਕਰ ਦਿੱਤੀ ਹੈ ਕਿ ਅਸੀਂ ਤਿਆਰ ਆ 117 ਦੇ ਵਿੱਚ ਲੜਨ ਵਾਸਤੇ। ਦੇਖੋ, ਇੱਕ ਬੀਜੇਪੀ ਇਸ ਸਮੇਂ ਲੱਗ ਰਹੀ ਹੈ ਕਿ ਸਭ ਦਾ ਵੈਲਕਮ ਕਰ ਰਹੀ ਹੈ ਆਪਣਾ ਕੁਨਬਾ ਮਜ਼ਬੂਤ ਕਰਨ ਦੇ ਲਈ। ਬਹੁਤ ਕੰਮ ਕਰ ਰਹੀ ਹੈ ਬੀਜੇਪੀ ਕੋ। ਅੱਜ ਦੀ ਥੋੜਾ ਨਾ 1.5 ਸਾਲ ਤੋਂ ਲੱਗੀ ਹੋਈ ਹੈ, 2 ਸਾਲ ਤੋਂ ਲੱਗੀ ਹੈ। ਸਾਨੂੰ ਪਹਿਲਾਂ ਹੀ ਪਤਾ ਸੀਗਾ ਜਦੋਂ ਦਾ ਅਕਾਲੀ ਦਲ ਗਿਆ। ਅੱਛਾ, ਇੱਕ ਗੱਲ ਗੌਰਵ ਜੀ ਮੈਂ ਤੁਹਾਨੂੰ ਦੱਸ ਦਵਾਂ, ਅਸੀਂ ਬਹੁਤ ਵਾਰ ਤੁਹਾਡੇ ਡਿਬੇਟ ਦੇ ਵਿੱਚ ਵੀ ਕਿਹਾ, ਓਪਨਲੀ ਅਸੀਂ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਸਾਡਾ ਗਠਬੰਧਨ ਸੀਗਾ ਉਹ ਸਾਡੀ ਗਲਤੀ ਸੀਗੀ।
ਸਾਨੂੰ ਏਡੀ ਦੇਰ ਉਹਨਾਂ ਨਾਲ ਉਹ ਗਠਬੰਧਨ ਰੱਖਣਾ ਨਹੀਂ ਸੀ ਚਾਹੀਦਾ, ਪਰ ਕਮਿਊਨਿਟੀਜ਼ ਦੀ ਸਟਰੈਂਥ ਦੇ ਵਾਸਤੇ ਉਹ ਗਠਬੰਧਨ ਅਸੀਂ ਰੱਖਿਆ। ਅਸੀਂ ਇਹ ਮੰਨਦੇ ਆ ਕਿ ਗਲਤੀ ਹੋ ਗਈ, ਤੇ ਆਪੂ ਕਹਿੰਦੇ ਨੇ ਅਸੀਂ ਜੂਨੀਅਰ ਪਾਰਟਨਰ ਸੀਗੇ, ਤੇ ਜੂਨੀਅਰ ਪਾਰਟਨਰ ਦੇ ਕੋਲ ਤੇ ਏਡੀ ਸક્ષਮ ਨਹੀਂ ਸੀਗੀ ਨਾ ਜੂਨੀਅਰ ਪਾਰਟਨਰ ਕਿ ਉਹਨਾਂ ਦੇ ਇੰਟਰਨਲ ਡਾਇਨਾਮਿਕਸ ਦੇ ਵਿੱਚ ਅਸੀਂ ਇੰਟਰਫੇਅਰ ਕਰੀਏ। ਅਸੀਂ ਤੇ ਮੰਨ ਲਿਆ ਕਿ ਅਸੀਂ ਅਕਾਲੀ ਦਲ ਦੇ ਨਾਲ ਰਹਿ ਕੇ ਗਲਤੀ ਕਰ ਦਿੱਤੀ, ਇਸੇ ਵਾਸਤੇ ਅਸੀਂ ਹੁਣ ਬਿਲਕੁਲ ਆਪਣੇ ਤੇ ਜਾ ਰਹੇ ਹਾਂ। ਵੀ ਆਰ ਵਰਕਿੰਗ ਔਨ ਆਰ ਓਨ, ਵੀ ਆਰ ਵਰਕਿੰਗ ਫॉर 117 ਸੀਟਸ। ਤੇ ਰੂਪੀ ਜੀ ਨੂੰ ਸਾਡੇ ਬਾਰੇ ਪਲੀਜ਼ ਉਹਨਾਂ ਨੂੰ ਕੋਈ ਵਰੀ ਨਾ ਕਰਨ। ਅਸੀਂ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹਾਂ, ਤੇ ਕਾਂਗਰਸ ਤੇ ਵਿਚਾਰੀ ਮੈਂ ਹੁਣ ਕੀ ਕਵਾਂ, ਉਸ ਪਾਰਟੀ ਦਾ ਕੋਈ ਵਜੂਦ ਹੀ ਹੈ ਨਹੀਂ। ਇਟ ਇਜ਼ ਸੱਚ ਅ ਵੀਕ ਪਾਰਟੀ। ਤੇ ਜਿੱਥੇ ਸਾਡੀ 35-40 ਕਰੋੜ ਦਾ ਕੱਢ ਰਿਹਾ, ਕਾਂਗਰਸ ਦੇ ਕੋਲ ਤੇ 2 ਕਰੋੜ ਦਾ ਵੀ ਕੱਢ ਰਹੇ ਨਹੀਂ। ਤੇ ਇਹ ਸਾਡੇ ਨਾਲ ਐਸੀਆਂ ਗੱਲਾਂ ਕਿਉਂ ਕਰਦੇ ਨੇ? ਚੰਗੀ ਤਰ੍ਹਾਂ ਡਿਬੇਟ ਕਰਨ ਨਾ, ਕਿ ਅਸੀਂ ਇਹ ਨਹੀਂ ਕਰ ਸਕਦੀ, ਉਹ ਨਹੀਂ ਕਰ ਸਕਦੇ। ਮੈਂ ਤੇ ਇੱਕ ਵਾਰ ਨਹੀਂ ਕਿਹਾ ਕਿ ਕਾਂਗਰਸ ਕੁਝ ਨਹੀਂ ਕਰ ਸਕਦੀ। ਇਹਦਾ ਮਤਲਬ ਮੈਨੂੰ ਆਪਣੇ ਵਿੱਚ ਕੌਨਫੀਡੈਂਸ ਹੈ, ਇਹਨਾਂ ਨੂੰ ਆਪਣੇ ਵਿੱਚ ਕੌਨਫੀਡੈਂਸ ਹੀ ਜੀ ਗੌਰਵ ਠੀਕ ਹੈ ਗੌਰਵ, ਮੈਂ ਕਹਿੰਦਾ ਗੌਰਵ, ਚਲੋ ਅਖੀਰ ਤੁਹਾਡੇ ਚੈਨਲ ਤੇ ਮਾਫੀ ਤਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਮੰਗੀ ਵੀ, ਅਸੀਂ ਅਕਾਲੀ ਦਲ ਦੇ ਸਾਥ ਦੇ ਕੇ ਮਾਫੀ ਮੰਗਦੇ ਹਾਂ। ਦੂਜੀ ਗੱਲ ਉਹੀਓ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਦੇ ਬੀਜੇਪੀ ਨੂੰ ਦੇਸ਼ ਦਰੋਹੀ ਲੱਗਦਾ ਸੀ, ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਈਡੀ ਦੇ ਛਾਪੇ ਵੱਜ ਜਾਂਦੇ ਸੀ, ਕਦੇ ਉਹੀਓ ਰਾਣਾ ਸੋਢੀ ਦੇ ਖਿਲਾਫ ਇਹ ਬੀਜੇਪੀ ਦੇ ਲੀਡਰ ਬੋਲਦੇ ਸੀ। ਕੋਈ ਬੀਜੇਪੀ ਕੋਈ ਸਭ ਕੋਈ ਵਾਸ਼ਿੰਗ ਮਸ਼ੀਨ ਤਾਂ ਨਹੀਂ, ਜਿਹੜਾ ਇਹਨਾਂ ਦੀ ਪਾਰਟੀ ਚ ਆ ਜਾਂਦਾ ਉਹ ਦੁੱਧ ਨਾਤਾ ਹੋ ਜਾਂਦਾ, ਉਹ ਸਾਫ਼ ਸੁਥਰਾ ਹੋ ਜਾਂਦਾ। ਤੇ ਜਿਹੜਾ ਦੂਸਰੀਆਂ ਪਾਰਟੀਆਂ ਦੇ ਵਿੱਚ ਲੋਕ ਨੇ, ਦੇਖੋ ਕਰਨਾਟਕਾ ਚ ਤੁਸੀਂ ਕੀ ਕੀਤਾ, ਤੁਸੀਂ ਗੋਆ ਦੇ ਵਿੱਚ ਕੀ ਕੀਤਾ, ਤੁਸੀਂ ਮਨੀਪੁਰ, ਰਾਜਸਥਾਨ, ਤੁਸੀਂ ਹਰ ਕਿਤੇ ਲੋਕਤੰਤਰ ਦਾ ਘਾਣ ਕੀਤਾ, ਸਰਕਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਤੁਸੀਂ ਧੱਕੇਸ਼ਾਹੀ ਦੇ ਨਾਲ, ਤੁਸੀਂ ਆਪਦੇ, ਮੈਂ ਕਹਿੰਦਾ ਸਰਕਾਰ ਦੇ ਜ਼ੋਰ ਨਾਲ, ਉਹ ਦੇਸ਼ ਦੇ ਲੋਕਾਂ ਨੇ ਦੇਖਿਆ ਡੈਮੋਕ੍ਰੇਸੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਤੇ ਬੀਜੇਪੀ ਦਾ ਜਿਹੜਾ ਤੁਹਾਡਾ ਰਾਣਾ ਸੋਢੀ ਕਿਵੇਂ ਲੈ ਗਏ ਸਰ? ਰਾਣਾ ਸੋਢੀ ਨੂੰ ਕਿਵੇਂ ਲੈ ਗਏ? ਉਹ ਕੈਪਟਨ ਲੈ ਗਏ ਜਾਂ ਬੀਜੇਪੀ ਲੈ ਗਈ? ਰੂਪੀ ਜੀ ਨੂੰ ਕਹੋ ਕਿ ਦੇਸ਼ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਤੋਂ ਬਾਅਦ, ਦੇਸ਼ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਤੋਂ ਬਾਅਦ ਬੀਜੇਪੀ ਮੁਕਤ ਅਭਿਆਨ ਜਿਹੜਾ ਚਲਾ ਦਿੱਤਾ ਹੈ, ਉਹਨਾਂ ਦਾ ਰਿਜ਼ਲਟ ਇਹਨਾਂ ਨੂੰ ਬੰਗਾਲ 'ਚ ਵੀ ਮਿਲ ਗਿਆ ਤੇ 2022 ਦੀਆਂ ਚੋਣਾਂ ਯੂਪੀ, ਮੇਰਾ ਸਵਾਲ ਤਾਂ ਬਹੁਤ ਸਿੰਪਲ ਹੈ ਨਾ ਕਿ ਰਾਣਾ ਸੋਢੀ ਕਿਉਂ ਚਲੇ ਗਏ ਜਾਂ ਕਿਵੇਂ ਲੈ ਗਏ ਉਹਨਾਂ ਨੂੰ? ਕਿਵੇਂ ਬੀਜੇਪੀ ਲੈ ਗਈ ਰਾਣਾ ਸੋਢੀ ਨੂੰ? ਹਰ ਵਿਅਕਤੀ ਦੀ ਇੱਕ ਸੋਚ ਹੈ, ਕੀ ਪਤਾ ਉਹਨਾਂ ਦੀ ਜਿਹੜੀ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਸੀਗਾ, ਸ਼ਾਇਦ ਉਹ ਟਿਕਟ ਦਾ ਲਾਲਚ ਸੀਗੀ, ਉਹ ਲਾਲਚਾ ਸੀਗੀ, ਤੇ ਉਸ ਲਾਲਚ ਦੇ ਉਹ ਗਏ ਨੇ। ਤੇ ਕੋਈ ਡਰ ਹੋਣਾ ਹੈ, ਕੁਝ ਕਰਪਸ਼ਨ ਕੀਤੀ ਹੋਣੀ ਹੈ, ਸ਼ਾਇਦ ਕੋਈ ਈਡੀ ਦਾ ਦਾਬਾ ਨਾ ਵੱਜ ਗਿਆ ਹੋਵੇ, ਇਹ ਵੀ ਹੋ ਸਕਦਾ। ਜੈਬਾਨ ਜੀ, ਇੱਕ ਸੈਕਿੰਡ ਗੌਰਵ ਜੀ, ਇਹ ਮਤਲਬ ਆਪਣੇ ਬੰਦਿਆਂ ਨੂੰ ਖੁਦ ਕਹਿੰਦੇ ਨੇ ਕਿ ਕਰਪਟ ਨੇ। ਦੂਸਰਾ ਇਹ 4.5 ਸਾਲ ਇਹਨਾਂ ਦਾ ਕੈਪਟਨ ਸਾਹਿਬ ਨੇ ਜਿਹੜਾ ਕੰਮ ਕੀਤਾ ਹੈ, ਉਹਦੇ ਬਾਰੇ ਕਹਿੰਦੇ ਨੇ ਕਿ ਕੈਪਟਨ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ। ਆਪਣੇ ਲੀਡਰਸ ਨੂੰ ਇਹ ਕਰਪਟ ਬੁਲਾਉਂਦੇ ਨੇ, ਤੇ ਫਿਰ ਸਾਰੀ ਜਿਹੜੀ ਰਿਸਪੌਂਸਿਬਿਲਟੀ ਉਹ ਸਾਡੇ ਉੱਤੇ ਸੁੱਟਦੇ ਜਾਂਦੇ ਨੇ। ਮਤਲਬ ਕਾਂਗਰਸ ਨੂੰ ਹੁਣ ਟਾਈਮ ਆ ਗਿਆ, ਇਲੈਕਸ਼ਨ ਦੇ ਕੋਲ ਆ ਗਏ, ਕਾਂਗਰਸ ਨੂੰ ਆਪਣਾ ਸਟੈਂਡ ਠੀਕ ਕਰਨਾ ਚਾਹੀਦਾ ਹੈ ਕਿ ਕਾਂਗਰਸ ਕਿੱਥੇ ਖੜੀ ਹੈ, ਕਾਂਗਰਸ ਕਰਪਟ ਹੈ ਕਿ ਨਹੀਂ ਹੈ। ਅਗਰ ਅਮਰਿੰਦਰ ਸਿੰਘ ਕਰਪਟ ਹੈ ਤੇ ਪੂਰੀ ਕਾਂਗਰਸ ਕਰਪਟ ਹੈ, ਅਗਰ ਰਾਣਾ ਗੁਰਮੀਤ ਕਰਪਟ ਹੈ ਤੇ ਪੂਰੀ ਕਾਂਗਰਸ ਕਰਪਟ ਹੈ। ਤੇ ਐਦਾਂ ਕਰਕੇ ਇਹਨਾਂ ਨੂੰ ਨਾ ਆਪਣੇ ਗੋਲ ਪੋਸਟ ਜਿਹੜੇ ਨੇ, ਇੱਕ ਕੁਐਸਚਨ ਦੇ ਵਿੱਚ ਇੱਕ ਗੋਲ ਪੋਸਟ, ਦੂਸਰੀ ਕੁਐਸਚਨ ਦੇ ਵਿੱਚ ਦੂਸਰਾ ਗੋਲ ਪੋਸਟ, ਇਹਦਾ ਗੋਲ ਪੋਸਟ ਨਹੀਂ ਚੇਂਜ ਕਰਨੇ ਚਾਹੀਦੇ। ਇਹ ਬੜੀ ਛੋਟੀ ਪਾਰਟੀ ਹੈ, ਪਰ ਕੋਈ ਗੱਲ ਨਹੀਂ ਹੈ ਤੇ ਲਾਰਜੈਸਟ ਆਪੋਜੀਸ਼ਨ ਹੈ ਨਾ ਇੰਡੀਆ ਦੇ ਵਿੱਚ, ਤੇ ਇਹਨਾਂ ਨੂੰ ਉਹ ਮਰਿਆਦਾ ਰੱਖਣੀ ਚਾਹੀਦੀ ਹੈ। ਐਵੇਂ ਬਿਨਾਂ ਵਜ੍ਹਾ ਦੇ ਆਪਣੇ ਗੋਲ ਪੋਸਟ ਨਾ ਚੇਂਜ ਕਰਨ। ਤੁਸੀਂ ਇਹਨਾਂ ਨੂੰ ਕੁਐਸਚਨ ਪੁੱਛਿਆ ਰਾਣਾ ਗੁਰਮੀਤ ਸਿੰਘ ਸੋਢੀ ਕਿਉਂ ਗਿਆ, ਇਹ ਜਵਾਬ ਦੇਣ ਉਹਦਾ। ਠੀਕ ਹੈ ਰੂਬੀ ਜੀ, ਦੋਵੇਂ ਚੀਜ਼ਾਂ ਨੇ। ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਕੋਲ ਕਿਹੜੀ ਐਸੀ ਵਾਸ਼ਿੰਗ ਮਸ਼ੀਨ ਹੈ ਕਿ ਉੱਥੇ ਜਾ ਕੇ ਸਾਰੇ ਠੀਕ ਹੋ ਜਾਂਦੇ ਨੇ, ਪਰ ਸਵਾਲ ਤਾਂ ਇਹ ਵੀ ਹੈ ਕਿ ਜਿਹੜੀ ਪਾਰਟੀ ਨੂੰ ਛੱਡ ਕੇ ਗਏ ਹੁੰਦੇ ਨੇ, ਉਸੇ ਪਾਰਟੀ ਦੇ ਵੱਲੋਂ ਕਿਉਂ ਐਲੀਗੇਸ਼ਨ ਸ਼ੁਰੂ ਹੋ ਜਾਂਦੇ ਨੇ? ਉਹ ਇੰਪਲੀਮੈਂਟ ਰਾਣਾ ਸੋਢੀ ਦੇ ਉੱਤੇ ਵੀ ਹੁੰਦਾ ਹੈ। ਕਾਂਗਰਸ ਦੇ ਵਿੱਚ ਸੀ, ਸਭ ਠੀਕ ਸੀ, ਜਿਵੇਂ ਹੀ ਕਾਂਗਰਸ ਤੋਂ ਬਾਹਰ ਗਏ ਤਾਂ ਕਹਿੰਦੇ ਕਿ ਧਰਮ ਨਿਰਪੱਖ ਪਾਰਟੀ ਨਹੀਂ ਰਹੀ ਕਾਂਗਰਸ। ਦੇਖੋ, ਇਹ ਕਾਂਗਰਸ ਪਾਰਟੀ ਦਾ ਹੀ ਲੋਕਤੰਤਰ ਹੈ, ਜਿੱਥੇ ਬੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿੱਥੇ ਇੱਕ ਆਮ ਘਰ ਦੇ ਵਿਅਕਤੀ ਨੂੰ ਸਟੇਟ ਦਾ ਮੁੱਖ ਮੰਤਰੀ ਬਣਾਤਾ। ਅੱਜ ਲੋਕ ਹਿੱਤ ਦੇ ਵਿੱਚ ਫੈਸਲੇ ਹੋ ਰਿਹਾ, ਪੰਜਾਬ ਦੇ ਲੋਕ ਉਹਨਾਂ ਫੈਸਲਿਆਂ ਦਾ ਸਵਾਗਤ ਕਰ ਰਹੇ ਆ। ਉਹੀ ਇਹਨਾਂ ਨੂੰ ਪੀੜ ਹੈ, ਉਹੀ ਉਹ ਦਰਦ ਹੈ। ਇਹਨਾਂ ਨੂੰ ਜਿਹੜੀ ਹਾਰ ਆਪਦੀ ਸਾਹਮਣੇ ਦਿਖ ਰਹੀ ਹੈ, ਬਿਲਕੁਲ ਅਸੀਂ ਬੜੀ ਤਾਕਤ ਦੇ ਨਾਲ 2 ਬਲਦਾਂ ਦੀ ਜੋੜੀ ਔਰ 11 ਹੋ ਕੇ ਸਾਡੀ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ, ਤੇ ਇਹਨਾਂ ਨੂੰ ਅਸੀਂ ਤਾਂ ਇਲੈਕਸ਼ਨਾਂ ਦੇ ਵਿੱਚ ਹੀ ਜਵਾਬ ਦੇਵਾਂਗੇ। ਤੇ ਬਿਲਕੁਲ ਇਹਨਾਂ ਦਾ ਹੰਕਾਰ ਹੈ ਜਿਹੜਾ ਉਹ ਸਿਰ ਚੜ ਕੇ ਬੋਲ ਰਿਹਾ ਹੈ। ਇਹ ਕੋਆਪਰੇਟਿਵ ਘਰਾਣਿਆਂ ਦੀ ਪਾਰਟੀ ਹੈ, ਇਹ ਉਦਯੋਗਪਤੀਆਂ ਦੀ ਪਾਰਟੀ ਹੈ। ਇਹ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਜਦੋਂ ਇਲੈਕਸ਼ਨ ਲੜਨਗੇ ਇਹਨਾਂ ਦੇ ਸਾਹਮਣੇ ਸਾਰਾ ਕੁਝ। ਚਲੋ ਠੀਕ ਹੈ, ਹੁਣ ਲੋਕ ਤੈਅ ਕਰਨਗੇ ਕਿ ਕੌਣ ਕਿਹੜੀ ਪਾਰਟੀ 'ਚ ਗਿਆ, ਕਿਸ ਦਾ ਨਫਾ ਕਿਸ ਦਾ ਨੁਕਸਾਨ ਹੈ, ਉਹ ਲੋਕ ਹੀ ਤੈਅ ਕਰਨਗੇ। ਪਰ ਬੀਜੇਪੀ ਆਪਣੇ ਕੁਨਬੇ ਨੂੰ ਮਜ਼ਬੂਤ ਕਰਨ ਦੇ ਵਿੱਚ ਜ਼ਰੂਰ ਲੱਗੀ ਹੋਈ ਹੈ। ਸ਼ੁਕਰੀਆ ਜੈਬਾਨ ਜੀ, ਸਾਡੇ ਨਾਲ ਜੁੜਨ ਦੇ ਲਈ ਧੰਨਵਾਦ। ਰੂਬੀ ਗਿੱਲ ਜੀ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਖੈਰ, ਸਿਆਸੀ ਪਾਰਟੀਆਂ ਦੇ ਵਿੱਚ ਇਹ ਆਮ ਤੌਰ ਤੇ ਕਿ ਜਦੋਂ ਕੋਈ ਪਾਰਟੀ ਛੱਡ ਜਾਵੇ ਤਾਂ ਫਿਰ ਉਹ ਚੰਗਾ ਨਹੀਂ, ਤੇ ਜਿਹੜਾ ਪਾਰਟੀ ਨੂੰ ਕਿਸੇ ਦੂਜੀ ਪਾਰਟੀ ਜਾ ਕੇ ਜੁਆਇਨ ਕਰਦਾ ਹੈ ਤੇ ਉਸ ਪਾਰਟੀ ਦੇ ਲਈ ਉਹ ਸਭ ਤੋਂ ਵਧੀਆ ਹੋ ਜਾਂਦਾ ਹੈ। ਔਰ ਇਹ ਦਲ ਬਦਲਣ ਵਾਲੀ ਸਿਆਸਤ ਹਰ ਇਲੈਕਸ਼ਨ ਤੋਂ ਪਹਿਲਾਂ ਨਜ਼ਰ ਆਉਂਦੀ ਹੈ। ਪਰ ਰਾਣਾ ਸੋਢੀ ਦਾ ਜਾਣਾ ਕਿ ਵਾਕਈ ਕਾਂਗਰਸ ਦੇ ਲਈ ਇੱਕ ਵੱਡਾ ਝਟਕਾ ਹੈ,
ਜਾਂ ਬੀਜੇਪੀ ਦੇ ਲਈ ਇੱਕ ਵੱਡਾ ਚਿਹਰਾ ਹੈ ਜੋ ਉਹਨਾਂ ਨੇ ਆਪਣੇ ਵਿੱਚ ਰਲਾ ਲਿਆ ਕੇ? ਬਹੁਤ ਸਾਰੇ ਸਵਾਲ ਜ਼ਰੂਰ ਨੇ ਇਸ ਚਰਚਾ ਦੇ ਵਿੱਚ। ਨਹੀਂ, ਛੋਟਾ ਜਿਹਾ ਬ੍ਰੇਕ ਦੇ ਉਸ ਪਾਰ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।